ਜਸ ਪੰਜਾਬੀ ਦੇ ਸੂਝਵਾਨ ਦਰਸ਼ਕਾਂ ਦਾ ਮਤੇ ਗੁਰਮਤੇ ਅਤੇ ਹੁਕਮਨਾਮੇ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ। ਸਮੇਂ ਦੇ ਉੱਤੇ ਅਸੀਂ ਆਪ ਨਾਲ ਪੰਥਕ ਜਥੇਬੰਦੀਆਂ ਵੱਲੋਂ ਗੁਰੂ ਪੰਥ ਵੱਲੋਂ ਪਾਸ ਕੀਤੇ ਉਹ ਗੁਰਮਤੇ ਅਤੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਕੀਤੇ ਉਹ ਹੁਕਮਨਾਮੇ ਅਤੇ ਗੁਰੂ ਸਾਹਿਬਾਨ ਦੇ ਹੁਕਮਨਾਮੇ, ਮਾਤਾ ਸੁੰਦਰੀ ਜੀ ਦੇ ਹੁਕਮਨਾਮੇ, ਹੋਰ ਵੀ ਹੁਕਮਨਾਮੇ ਅਸੀਂ ਆਪ ਦੀ ਨਜ਼ਰ ਕੀਤੇ ਹਨ। ਇਸ ਤੋਂ ਇਲਾਵਾ ਜਿਹੜੇ ਮਤੇ ਗੁਰੂ ਪੰਥ ਪਾਸ ਕਰਦਾ ਰਿਹਾ ਹੈ ਉਹਨਾਂ ਦੀ ਆਪਣੀ ਬਹੁਤ ਹੀ ਇੱਕ ਅਹਿਮੀਅਤ ਹੈ, ਮਹੱਤਵਪੂਰਨ ਹਨ, ਸਾਡੇ ਇਤਿਹਾਸ ਦਾ ਅੰਗ ਹਨ। ਪਰ ਪੰਥ ਨੂੰ ਹੱਕ ਹੈ, ਪੰਥ ਨੂੰ ਉਸ ਦਾ ਫਰਜ਼ ਵੀ ਹੈ ਕਿ ਜਿਹੜੀਆਂ ਸਾਡੀਆਂ ਅਥਾਰਟੀਜ਼ ਜਿਨ੍ਹਾਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਉਹਨਾਂ ਦੇ ਉੱਤੇ ਨਜ਼ਰ ਵੀ ਰੱਖੇ ਕਿ ਜਿਹੜੇ ਉਹ ਹੁਕਮਨਾਮੇ, ਜਿਹੜੇ ਗੁਰਮਤੇ ਪਾਸ ਕੀਤੇ ਜਾਂਦੇ ਹਨ ਕਿ ਕਿਧਰੇ ਉਹਨਾਂ ਦੇ ਵਿੱਚ ਕੋਈ ਤੱਥਾਂ ਤੋਂ ਵਿਰੋਧ ਤਾਂ ਗੱਲ ਨਹੀਂ। ਅੱਜ ਇੱਕ ਐਸੇ ਹੀ ਬਹੁਤ ਹੀ ਗੰਭੀਰ ਇੱਕ ਮਤੇ ਦੀ ਅਸੀਂ ਗੱਲ ਕਰਾਂਗੇ ਔਰ ਬਹੁਤ ਹੀ ਮਹੱਤਵਪੂਰਨ ਮਤਾ ਹੈ ਜਿਸ ਦੇ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਨੇ 1969 ਦੇ ਵਿੱਚ ਉਹ ਮਤਾ ਪਾਸ ਕੀਤਾ ਔਰ ਮਤਾ ਵੀ ਸਰਬਸੰਮਤੀ ਨਾਲ ਹੋ ਗਿਆ। ਪਰ ਉਸ ਵਿੱਚ ਤੱਥਾਂ ਦੇ ਵਿਰੋਧ ਵਿੱਚ ਕੋਈ ਐਸੀ ਜਿਹੜੀ ਸੱਚਾਈ ਨਹੀਂ ਸੀ, ਜਿਹੜਾ ਸਹੀ ਨਹੀਂ ਸੀ, ਜਿਸ ਦੀ ਦਰੁਸਤਗੀ ਨਹੀਂ ਸੀ ਔਰ ਕਿਸੇ ਨੇ ਉਸ ਦਾ ਨੋਟਿਸ ਵੀ ਨਹੀਂ ਲਿਆ। ਪਰ ਉਹ ਮਤਾ ਬਹੁਤ ਹੀ ਗੰਭੀਰ ਸੀ। ਗੰਭੀਰ ਇਸ ਕਰਕੇ ਕਿ ਇੱਕ ਮਹਾਨ ਸ਼ਹੀਦ, ਇੱਕ ਮਹਾਨ ਸਪੂਤ, ਜਿਸ ਗੁਰਸਿੱਖ ਨੇ ਆਪਣੀ ਜਾਨ ਦੀ ਬਾਜ਼ੀ ਲਗਾ ਦਿੱਤੀ ਕਿਸੇ ਆਦਰਸ਼ ਦੀ ਖਾਤਰ, ਬਹੁਤ ਹੀ ਉੱਚੇ ਆਦਰਸ਼ ਦੀ ਖਾਤਰ, ਪਰ ਉਸ ਮਤੇ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਦੇ ਉਸ ਮਤੇ ਦੇ ਵਿੱਚ ਉਸ ਮਹਾਨ ਸ਼ਹੀਦ ਦੀ ਉਸ ਸ਼ਹਾਦਤ ਨੂੰ ਬਹੁਤ ਹੀ, ਜੇਕਰ ਕਹਿ ਲਿਆ ਜਾਏ ਤਾਂ ਉਸ ਨੂੰ ਨਿਰਸਤ ਕਰਕੇ ਜਾਂ ਰੋਲਣ ਵਾਲੀ ਗੱਲ ਹੋ ਗਈ। ਇਹ ਮਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਵਿੱਚ 1969 ਵਿੱਚ ਪਾਸ ਹੋਇਆ। ਪਰ ਪੰਥ ਦੀ ਜਾਗਰੂਕਤਾ, ਗੁਰੂ ਪੰਥ ਜ਼ਿੰਦਾ ਹੈ, ਗੁਰੂ ਪੰਥ ਜਾਗਰੂਕ ਹੈ, ਚੇਤਨ ਹੈ ਔਰ ਪੰਥ ਦੀ ਚੇਤਨਤਾ ਕਰਕੇ ਸ਼ਾਇਦ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਤਿਹਾਸ ਵਿੱਚ ਇੱਕ ਪਹਿਲੀ ਵਾਰ ਹੋਇਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਵੱਲੋਂ ਪਾਸ ਕੀਤਾ ਹੋਇਆ, ਸਰਬਸੰਮਤੀ ਨਾਲ ਪਾਸ ਕੀਤਾ ਹੋਇਆ ਮਤਾ, ਉਹ ਗੁਰਮਤਾ ਉਹਨਾਂ ਨੂੰ ਵਾਪਸ ਲੈਣਾ ਪਿਆ ਔਰ ਉਸ ਨੂੰ ਤਬਦੀਲ ਕੀਤਾ ਔਰ ਉਸ ਨੂੰ ਯੋਗ ਢੰਗ ਦੇ ਨਾਲ ਬਦਲੀ ਕੀਤਾ। ਅੱਜ ਉਸ ਮਤੇ ਦੇ ਬਾਰੇ, ਉਸ ਦੇ ਪਿਛੋਕੜ ਦੇ ਬਾਰੇ ਆਪ ਨਾਲ ਗੱਲ ਕਰਾਂਗੇ। ਇਹ ਸਾਰੀ ਥੋੜ੍ਹੀ ਜਿਹੀ ਦਾ ਪਿਛੋਕੜ ਦੱਸਣ ਦਾ ਕਾਰਨ, ਇਸ ਦਾ ਮਕਸਦ ਇਹ ਹੈ ਕਿ ਕਈ ਦਫਾ ਹੋ ਸਕਦਾ ਹੈ ਜਿਹੜੇ ਕਿਸੇ ਕਾਰਨ ਕਰਕੇ ਕੋਈ ਤੱਥਾਂ ਦੇ ਵਿਪਰੀਤ, ਜਾਣੇ ਜਾਂ ਅਣਜਾਣੇ ਦੇ ਵਿੱਚ ਕੋਈ ਨਾ ਕੋਈ ਗਲਤੀ ਹੋ ਜਾਏ, ਪਰ ਉਸ ਗਲਤੀ ਦਾ ਸੁਧਾਰ, ਅਗਰ ਉਸ ਗਲਤੀ ਦੀ ਦਰੁਸਤਗੀ ਹੋ ਜਾਂਦੀ ਹੈ ਤਾਂ ਫਿਰ ਉਹ ਗਲਤੀ ਨਹੀਂ ਰਹਿੰਦੀ। ਹਾਂ, ਅਗਰ ਉਸ ਗਲਤੀ ਦੇ ਉੱਤੇ ਅਗਰ ਕੋਈ ਟਿਕਿਆ ਰਹਿੰਦਾ ਹੈ ਤਾਂ ਫਿਰ ਇਹ ਬਹੁਤ ਹੀ ਗੰਭੀਰ ਗੱਲ ਹੁੰਦੀ ਹੈ। ਗੱਲ ਕਰਾਂਗੇ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਦੀ ਸ਼ਹਾਦਤ, ਉਹਨਾਂ ਦੀ ਮਹਾਨ ਸ਼ਹਾਦਤ ਔਰ ਉਹਨਾਂ ਦੇ ਬਾਰੇ ਪਾਸ ਕੀਤੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਨਰਲ ਇਜਲਾਸ ਵੱਲੋਂ ਉਸ ਮਤੇ ਬਾਰੇ
और उस मते की इबारत बारे, जिहड़ा कि शहीद की उस महान शहादत के नाल बिल्कुल मेल नहीं सिखांदा, बल्कि उस शहीद की शहादत नूं बिल्कुल ही रोलण वाली गल सी। सरदार दर्शन सिंह फेरू मान जिवें 1920 दे उस वेले दे जिहड़े अकाली आगू सन, जिहड़े पंथक आगू सन, वो देश की आज़ादी की लड़ाई लड़ रहे सन, मुल्क की आज़ादी की लड़ाई लड़ रहे सन, पर उसके नाल ही वो गुरुद्वारियां की आज़ादी की लड़ाई लड़ रहे सन। दरअसल ये दोनों लफज एक दूजे के पूरक हो चुके सन। पंथ की गल, अगर पंथ आज़ाद है तो फिर देश की आज़ादी भी आ जाएगी। ये पंथक परवानियां दा अकाली सोच सी। दूसरे पासे जिहड़ी राष्ट्री सोच सी महात्मा गांधी दी, उन्हां दा ये कहना सी कि तुसी पहला देश की आज़ादी लै लो, जेकर देश नूं आज़ादी मिल जाती है तो गुरुद्वारियां की आज़ादी अपने आप मिल जाएगी। ये साडी उस महान जिहड़े बजुर्ग सन, उस पीढ़ी के जिहड़े आगू सन, उस समय के आगू, वो इस झांसे विच नहीं आए और उन्होंने गुरुद्वारा सुधार लहर नूं तरजीह दिती। गुरुद्वारियां की आज़ादी लई उन्होंने कुर्बानियां कीतियां। जिन्नियां भी कुर्बानियां पंजाब दे विच उस समय दे विच होईयां, वो सारियां दा मुੱਢ गुरुद्वारा सुधार लहर तो होया। और अखीर दे विच जदों ये जित प्राप्त हुई, गुरुद्वारा सुधार लहर कामयाब हुई, तो उस वेले महात्मा गांधी ने भी टैलीग्राम दिती बाबा खड़क सिंह जी नूं, जो उस समय के प्रधान सन, कि तुसीं देश की आज़ादी की पहली वड्डी जंग जित लई है, मुबारक होए। सो ये सोच सी कि जेकर मुल्क आज़ाद है, गुरुद्वारे आज़ाद नहीं हैं, तो सानू उसका की लाभ, पर जेकर गुरुद्वारे आज़ाद हैं तो असी देश की आज़ादी की भी गल हो जाएगी। ऐसा ना होए जिवें इकबाल ने बहुत ही तंजिया लहजे दे विच कहा सी, मुल्ला को जो है मस्जिद में जाने की इजाज़त, नादां ये समझता है कि इस्लाम है आज़ाद। कि जेकर सिख नूं गुरुद्वारे जाण की इजाज़त मिल जाए, केवल कड़ा प्रशाद लैण की इजाज़त मिल जाए, ये ना समझ बैठे कि हुण गुरुद्वारे आज़ाद हो गए हैं। गुरुद्वारियां की आज़ादी, गुरुद्वारा निज़ाम, गुरुद्वारा प्रबंध नूं गुरमत अनुसार चला सकण दी, गुरुद्वारियां की सेवा संभाल दा दान खालसा जी नूं प्राप्त होण नाल गुरुद्वारियां की आज़ादी है। नहीं तो फिर वही गल जिहड़ी इकबाल ने कही, मुल्ला को जो है मस्जिद में जाने की इजाज़त, नादां ये समझता है कि इस्लाम है आज़ाद। समा है एक छोटे जे ब्रेक का। हुण अगले पड़ाव विच असी आप नाल सरदार दर्शन सिंह फेरू मान, उन्हां दी शहादत, उसके कारण, सही कारण और श्रोमणी गुरुद्वारा प्रबंधक कमेटी ने उस दे बारे की मता पास किया, ये आप नाल असी साझा करांगे। एक वक्फा। जस पंजाबी दे सूझवान दर्शकों का वक्फे के बाद निੱਘਾ स्वागत है। असी एक अत गंभीर, बहुत ही गंभीर एक मते की गल कर रहे हैं, जो कि सरदार दर्शन सिंह फेरू मान की शहादत के उपरंत श्रोमणी गुरुद्वारा प्रबंधक कमेटी ने वो मता पास किया। उस दे बारे आप दे नाल विचार साझे कर रहे हैं। सरदार दर्शन सिंह फेरू मान 1883 विच जन्मे और शुरू तो ही वो एक जुझारू तबीयत दे गुरसिख सन और उन्हां दे अंदर गुरसिखी जिस तरह जज्बा वो कुट-कुट के भरिया सी। चाबियां दे मोर्चे विच वो 1 साल जेल विच रहे। उपरंत 1925 दे विच वो मलेशिया चले गए
पर उत्थे जाके भी ਉਹ ਐਜੀਟੇਸ਼ਨ ਮੁਲਕ ਦੀ ਆਜ਼ਾਦੀ ਦੀ ਲੜਾਈ ਲਈ ਜੂਝਦੇ ਰਹੇ ਔਰ ਉੱਥੇ ਉਹਨਾਂ ਨੂੰ ਕੈਦ ਕੀਤਾ ਗਿਆ। ਉਪਰੰਤ ਉੱਥੋਂ ਦੀ ਜੇਲ੍ਹ ਅਥਾਰਟੀਜ਼ ਨੇ ਕਛਹਿਰੇ ਦੀ ਇਜਾਜ਼ਤ ਨਹੀਂ ਦਿੱਤੀ ਕਿ ਕਛਹਿਰਾ ਨਹੀਂ ਪਹਿਨ ਸਕਦੇ। ਉਸ ਦੇ ਉੱਤੇ ਉਹਨਾਂ ਨੇ ਉੱਥੇ ਭੁੱਖ ਹੜਤਾਲ ਕੀਤੀ ਔਰ 21 ਦਿਨ ਦੇ ਬਾਅਦ ਉਹ ਇਜਾਜ਼ਤ ਮਿਲੀ। ਵਾਪਸ ਆ ਕੇ ਉਹ ਰਾਜ ਸਭਾ ਦੇ ਮੈਂਬਰ ਵੀ ਰਹੇ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਵੀ ਰਹੇ। ਯਾਨੀ ਕਿ ਇੱਕ ਆਗੂ, ਸਹੀ ਮਾਇਨੇ ਦੇ ਵਿੱਚ ਇੱਕ ਆਗੂ, ਗੁਰਸਿੱਖ, ਜੁਝਾਰੂ, ਪਰ ਆਜ਼ਾਦ ਤਬੀਅਤ ਦੇ ਮਾਲਕ ਸਨ। ਜਿਸ ਵੇਲੇ ਪੰਜਾਬ ਦੀ ਟ੍ਰੈਜਡੀ ਵਿੱਚ ਸੰਤ ਫਤਿਹ ਸਿੰਘ ਜੀ ਨੇ, ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਨ, ਉਹਨਾਂ ਨੇ ਬਾਰ-ਬਾਰ ਮਰਨ ਵਰਤ ਔਰ ਸੜ ਕੇ ਮਰਨ ਦਾ ਐਲਾਨ ਕੀਤਾ। ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਸੜ ਮਰਨ ਦਾ ਜੋ ਪ੍ਰਣ ਕੀਤਾ 5 ਬੰਦਿਆਂ ਦੇ ਨਾਲ ਮਿਲ ਕੇ, ਔਰ ਉੱਥੇ ਹਵਨ ਕੁੰਡ ਬਣਾਇਆ, ਕਾਲੇ ਚੋਲੇ ਪਾ ਕੇ। ਉਹ ਸਾਰੇ ਜਦੋਂ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਦੇ ਉੱਤੇ ਉਹ ਸਾਰਿਆਂ ਨੇ ਇਕੱਠੇ ਹੋ ਕੇ ਲੋਕਾਂ ਨੂੰ ਇੱਕ ਡਰਾਮਾਈ ਅੰਦਾਜ਼ ਵਿੱਚ ਸਾਹਮਣੇ ਪੇਸ਼ ਹੋਏ, ਪਰ ਇਹ ਅਰਦਾਸ ਕੋਈ ਸਿਰੇ ਨਾ ਚੜ੍ਹੀ। ਸਰਦਾਰ ਦਰਸ਼ਨ ਸਿੰਘ ਫੇਰੂਮਾਨ ਨੇ ਇਸ ਨੂੰ ਨਾ ਕੇਵਲ ਇੱਕ ਆਮ ਘਟਨਾ, ਇੱਕ ਰਾਜਨੀਤਿਕ ਘਟਨਾ ਮੰਨਿਆ, ਬਲਕਿ ਉਹਨਾਂ ਦੇ ਮਨ ਦੇ ਉੱਤੇ, ਹਿਰਦੇ ਦੇ ਉੱਤੇ ਇਸ ਗੱਲ ਦਾ ਬਹੁਤ ਡੂੰਘਾ ਅਸਰ ਪਿਆ। ਇਹ ਹੋਰ ਕੁਛ ਨਹੀਂ, ਇਹ ਇਸ ਦੇ 2 ਅੰਜਾਮ ਹਨ। ਪਹਿਲਾਂ ਤਾਂ ਇਹ ਸ੍ਰੀ ਅਕਾਲ ਤਖਤ ਸਾਹਿਬ ਦੀ ਸਿੱਧੀ ਨਿਰਾਦਰੀ ਹੈ, ਸ੍ਰੀ ਅਕਾਲ ਤਖਤ ਸਾਹਿਬ ਦੀ ਬੇਦਬੀ ਹੈ ਕਿ ਉਹ ਹਵਨ ਕੁੰਡ ਜਿਨ੍ਹਾਂ ਦੇ ਉੱਤੇ ਲਿਖਿਆ ਸੀ ਕਿ ਇਹਨਾਂ ਮਹਾਨ ਹਵਨ ਕੁੰਡਾਂ ਵਿੱਚ ਪੰਥ ਦੇ ਮਹਾਨ ਆਗੂ ਸੰਤ ਬਾਬਾ ਫਤਿਹ ਸਿੰਘ ਜੀ ਨੇ ਸੜ ਕੇ ਮਰਨਾ ਸੀ। ਇਹ ਜੋ ਬਾਰ-ਬਾਰ ਪੰਥ ਦੀ ਮੰਗ ਦੇ ਬਾਵਜੂਦ ਕਿ ਇਹ ਹਵਨ ਕੁੰਡ ਢਾਏ ਜਾਣ, ਪਰ ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਕਾਬਜ਼ ਸੰਤ ਭਰਾ ਸੰਤ ਫਤਿਹ ਸਿੰਘ, ਸੰਤ ਚੰਨਣ ਸਿੰਘ, ਉਹਨਾਂ ਨੇ ਇਸ ਗੱਲ ਤੋਂ ਇਨਕਾਰ ਕਰ ਦਿੱਤਾ। ਬਲਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਤਾ ਪਾਸ ਕੀਤਾ ਕਿ ਇਹ ਇੱਕ ਪੱਕੀ ਯਾਦਗਾਰ ਦੇ ਤੌਰ ਦੇ ਉੱਤੇ ਇਹ ਹਵਨ ਕੁੰਡ ਕਾਇਮ ਰੱਖੇ ਜਾਣਗੇ। ਸਰਦਾਰ ਕਪੂਰ ਸਿੰਘ ਨੇ ਇਸ ਦੇ ਬਾਰੇ ਬਹੁਤ ਸਖਤ ਇਤਰਾਜ਼ ਕੀਤਾ ਔਰ ਜਨਤਕ ਲਹਿਰ ਜਿਸ ਵੇਲੇ ਉੱਠੀ ਕਿ ਇਹ ਹਵਨ ਕੁੰਡ ਢਾਹ ਦਿੱਤੇ ਜਾਣ। ਸਰਦਾਰ ਦਰਸ਼ਨ ਸਿੰਘ ਫੇਰੂਮਾਨ ਨੇ ਇਹਨਾਂ ਸਾਰੇ ਕਾਰਨਾਂ ਔਰ ਉਹਨਾਂ ਨੇ ਅਖੀਰ ਦੇ ਵਿੱਚ ਐਲਾਨ ਕੀਤਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਹੋ ਰਹੀ ਬਾਰ-ਬਾਰ ਨਿਰਾਦਰੀ, ਅਰਦਾਸ ਦੀ ਬੇਹੁਰਮਤੀ ਅਤੇ ਸਿੱਖ ਹੋਮਲੈਂਡ ਦੀ ਪ੍ਰਾਪਤੀ, ਇਹ 3 ਚੀਜ਼ਾਂ, ਹਾਲਾਂਕਿ ਚੰਡੀਗੜ੍ਹ ਦਾ ਮਸਲਾ ਤਾਂ ਸੀ ਹੀ, ਕਿਉਂਕਿ ਬੁਨਿਆਦੀ ਤੌਰ 'ਤੇ ਉਹਦੇ ਲਈ ਸੰਘਰਸ਼ ਹੋ ਰਿਹਾ ਸੀ, ਪਰ ਜਿਹੜੇ 3 ਮੁੱਦੇ ਉਹਨਾਂ ਨੇ ਆਪਣੀ ਵਸੀਅਤ ਵਿੱਚ ਲਿਖੇ ਔਰ ਉਹ ਵਸੀਅਤ ਜਿਹੜੀ ਉਹਨਾਂ ਨੇ ਪ੍ਰੈਸ ਨੂੰ ਦਿੱਤੀ, ਸਾ ਮਹਿੰਦਰ ਸਿੰਘ ਖੰਨਾ, ਬੀਬੀ ਨਿਰਲੇਪ ਕੌਰ ਔਰ ਸਰਦਾਰ ਕਪੂਰ ਸਿੰਘ, ਉਹਨਾਂ ਦੇ ਕੋਲ ਉਸ ਦੀਆਂ ਕਾਪੀਆਂ, ਆਡੀਓ ਔਰ ਨਾਲ ਉਹ ਲਿਖਤੀ ਤੌਰ ਦੇ ਉੱਤੇ ਉਹਨਾਂ ਨੇ ਵਸੀਅਤ ਜਾਰੀ ਕੀਤੀ ਔਰ ਇਹ ਕਿਹਾ ਕਿ ਹੁਣ ਇਹ ਜੋ ਅਰਦਾਸ ਦੀ ਔਰ ਬਾਰ-ਬਾਰ ਸੜ ਮਰਨ ਦੀ ਜਿਹੜੀ ਗੱਲ ਕੀਤੀ ਗਈ ਹੈ, ਉਸ ਨੂੰ ਦੂਰ ਕਰਨ ਲਈ, ਉਸ ਨੂੰ ਧੋਣ ਲਈ ਹੁਣ ਸਿਵਾ ਆਪਣਾ ਸਿਰ ਦੇਣ ਦੇ ਮੇਰੇ ਕੋਲ ਕੋਈ ਚਾਰਾ ਨਹੀਂ ਹੈ। 15 ਅਗਸਤ 1969 ਨੂੰ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਨੇ ਜਦੋਂ ਮਰਨ ਵਰਤ ਦਾ ਐਲਾਨ ਕੀਤਾ, ਉਹਨਾਂ ਨੂੰ ਕੈਦ ਕਰ ਲਿਆ ਗਿਆ ਔਰ ਕੈਦ ਕਰਕੇ ਜੇਲ੍ਹ ਦੇ ਵਿੱਚ ਜਿਹੜਾ ਜੇਲ੍ਹ ਸੁਪਰਟੈਂਡੈਂਟ ਸੀ, ਉਸ ਨੇ ਕਿਹਾ ਕਿ ਸਰਦਾਰ ਜੀ, ਮੈਨੂੰ ਹੁਕਮ ਹੈ ਕਿ ਤੁਹਾਨੂੰ ਫੋਰਸਡ ਫੀਡਿੰਗ ਕੀਤੀ ਜਾਏਗੀ। ਸਰਦਾਰ ਦਰਸ਼ਨ ਸਿੰਘ ਫੇਰੂਮਾਨ ਨੇ ਕਿਹਾ
ਕਿ ਫੋਰਸਡ ਫੀਡਿੰਗ ਉਹ ਲੈਂਦਾ ਹੈ ਜਿਸ ਦਾ ਦਿਲ ਬੇਈਮਾਨ ਹੋਏ। ਅਗਰ ਦਿਲ ਸਾਬਤ ਹੈ ਤਾਂ ਫਿਰ ਇਹ ਫੋਰਸ ਫੀਡਿੰਗ ਨਹੀਂ ਦਿੱਤੀ ਜਾ ਸਕਦੀ। ਜੇਕਰ ਤੁਸੀਂ ਮੈਨੂੰ ਜ਼ਬਰਦਸਤੀ ਕਰੋਗੇ ਤਾਂ ਉਹ ਬਰਤਨ ਮੈਂ ਤੁਹਾਡੇ ਸਿਰ 'ਚ ਮਾਰਾਂਗਾ ਜਾਂ ਆਪਣੇ ਸਿਰ 'ਚ ਮਾਰਾਂਗਾ। ਜੇ ਫਿਰ ਵੀ ਨਹੀਂ ਕਰੋਗੇ ਫਿਰ ਮੈਂ ਦੀਵਾਰ ਦੇ ਵਿੱਚ ਜਾਂ ਫਰਸ਼ ਦੇ ਉੱਤੇ ਸਿਰ ਮਾਰ ਕੇ ਆਪਣੇ ਪ੍ਰਾਣ ਦੇ ਦਿਆਂਗਾ। ਜੇਲ੍ਹ ਸੁਪਰਡੈਂਡੈਂਟ ਨੇ ਇਨਕਾਰ ਕਰ ਦਿੱਤਾ ਕਿ ਇਹ ਕੰਮ ਨਹੀਂ ਹੋ ਸਕਦਾ। ਸੰਤ ਫਤਿਹ ਸਿੰਘ ਅਕਾਲੀ ਦਲ ਨੇ ਇਹ ਕਿਹਾ ਇਹ ਸਟੰਟਬਾਜ਼ ਹੈ, ਇਹ ਡਰਾਮਾ ਕਰ ਰਿਹਾ ਹੈ। ਔਰ ਉਸ ਦੇ ਬਾਅਦ ਜਦੋਂ ਉਹਨਾਂ ਦੀ ਹਾਲਤ ਵਿਗੜਦੀ ਗਈ ਔਰ ਸਹੀ ਮਾਇਨੇ ਦੇ ਵਿੱਚ ਜਦੋਂ ਇਹ ਰਿਪੋਰਟਾਂ ਆਈਆਂ ਕਿ ਇਹ ਅਕਾਲੀ ਦਲ ਦੇ ਉੱਤੇ ਇੱਕ ਬਹੁਤ ਵੱਡਾ ਕਲੰਕ ਲੱਗਣ ਵਾਲਾ ਹੈ, ਤਾਂ ਉਸ ਵੇਲੇ ਸਿੰਘ ਸਾਹਿਬ ਗਿਆਨੀ ਭੁਪਿੰਦਰ ਸਿੰਘ ਜੀ ਉਹਨਾਂ ਨੂੰ ਭੇਜਿਆ ਗਿਆ ਕਿ ਤੁਸੀਂ ਜਾ ਕੇ ਉਹਨਾਂ ਨੂੰ ਕਹੋ। ਸਿੰਘ ਸਾਹਿਬ ਗਿਆਨੀ ਭੁਪਿੰਦਰ ਸਿੰਘ ਜੀ ਜੋ ਹੈੱਡ ਗ੍ਰੰਥੀ ਦਰਬਾਰ ਸਾਹਿਬ ਸਨ, ਜਿਸ ਵੇਲੇ ਉਹ ਸਰਦਰਸ਼ਨ ਸਿੰਘ ਫੇਰੂਮਾਨ ਦੇ ਕੋਲ ਗਏ ਔਰ ਉਹਨਾਂ ਨੂੰ ਕਿਹਾ ਕਿ ਤੁਸੀਂ ਆਪਣੇ ਇਸ ਫੈਸਲੇ 'ਤੇ ਮੁੜ ਵਿਚਾਰ ਕਰੋ। ਸਰਦਰਸ਼ਨ ਸਿੰਘ ਫੇਰੂਮਾਨ ਨੇ ਇੱਕੋ ਗੱਲ ਕਹੀ, ਸਿੰਘ ਸਾਹਿਬ ਜੀ ਤੁਸੀਂ ਤਾਂ ਹੈੱਡ ਗ੍ਰੰਥੀ ਦਰਬਾਰ ਸਾਹਿਬ ਹੋ, ਤੁਹਾਨੂੰ ਤਾਂ ਅਰਦਾਸ ਦੀ ਮਹੱਤਤਾ ਪਤਾ ਹੈ, ਤੁਹਾਨੂੰ ਨਹੀਂ ਸੀ ਆਉਣਾ ਚਾਹੀਦਾ। ਪਟਨਾ ਸਾਹਿਬ ਦੇ ਹੈੱਡ ਗ੍ਰੰਥੀ ਜਥੇਦਾਰ ਭਾਈ ਮਾਨ ਸਿੰਘ, ਉਹਨਾਂ ਨੂੰ ਉਚੇਚੇ ਤੌਰ ਦੇ ਉੱਤੇ ਸੱਦਿਆ ਗਿਆ, ਪਰ ਉਹਨਾਂ ਨੂੰ ਦੱਸਿਆ ਨਹੀਂ ਗਿਆ ਕਿ ਮੀਟਿੰਗ ਕਿਸ ਚੀਜ਼ ਦੀ ਹੈ। ਉਹ ਦੱਸ ਰਹੇ ਸਨ, ਉਹਨਾਂ ਨੇ ਦੱਸਿਆ ਕਿ ਰਾਤ ਨੂੰ ਮੇਰੇ ਕੰਨਾਂ ਵਿੱਚ ਆਵਾਜ਼ ਪਈ ਕਿ ਸਵੇਰ ਵੇਲੇ 5 ਸਿੰਘ ਸਾਹਿਬਾਨ ਇਕੱਠੇ ਹੋ ਕੇ ਦਰਸ਼ਨ ਸਿੰਘ ਫੇਰੂਮਾਨ ਨੂੰ ਹੁਕਮ ਦੇਣਗੇ ਕਿ ਉਹ ਆਪਣਾ ਮਰਨ ਵਰਤ ਤੋੜ ਦੇ। ਜਥੇਦਾਰ ਮਾਨ ਸਿੰਘ, ਭਾਈ ਮਾਨ ਸਿੰਘ ਨੇ ਕਿਹਾ ਕਿ ਮੈਂ ਜਦੋਂ ਇਹ ਗੱਲ ਸੁਣੀ ਮੈਂ ਬਿਨਾਂ ਕਿਸੇ ਨੂੰ ਦੱਸਿਆ ਚੁੱਪ ਚੁਪੀਤੇ ਰਾਤੋਂ ਰਾਤ ਉੱਥੋਂ ਨਿਕਲ ਕੇ ਵਾਪਸ ਪਟਨਾ ਸਾਹਿਬ ਪਹੁੰਚ ਗਿਆ। ਸਰਦਾਰ ਕਪੂਰ ਸਿੰਘ ਨੇ ਇਸ ਦਾ ਜ਼ਿਕਰ ਕਰਦਿਆਂ ਹੋਇਆਂ ਕਿਹਾ ਕਿ ਸੰਤ ਫਤਿਹ ਸਿੰਘ ਨੇ ਜੋ ਐਲਾਨ ਕੀਤਾ ਸੀ ਕਿ ਉਹ ਸੜ ਕੇ ਮਰਨਗੇ, ਦਰਅਸਲ ਇਹ ਝੂਠ ਹੈ, ਤੁਸੀਂ ਦੇਖ ਲੈਣਾ ਉਹ ਮਰ ਕੇ ਸੜਨਗੇ। ਜਿਸ ਵੇਲੇ 2 ਦਿਨ ਰਹਿ ਗਏ, ਸੰਤ ਫਤਿਹ ਸਿੰਘ ਨੇ ਦਰਸ਼ਨ ਸਿੰਘ ਫੇਰੂਮਾਨ ਨੂੰ ਮਿਲਣ ਦੀ ਇੱਛਾ ਪ੍ਰਗਟ ਕੀਤੀ, ਉਹਨਾਂ ਨੇ ਇਨਕਾਰ ਕਰ ਦਿੱਤਾ। ਫਿਰ ਵੀ ਸੰਤ ਫਤਿਹ ਸਿੰਘ ਗੁਲਦਸਤਾ ਲੈ ਕੇ ਹਸਪਤਾਲ ਦੇ ਵਿੱਚ ਆਏ, ਪਰ ਜਿਸ ਵੇਲੇ ਉਹਨਾਂ ਨੇ ਅੰਦਰ ਕਦਮ ਰੱਖਿਆ ਪੂਰੇ ਸ਼ਹਿਰ ਦੀ ਬੱਤੀ ਗੁੱਲ ਹੋ ਗਈ ਔਰ ਹਸਪਤਾਲ ਦੀ ਬੱਤੀ ਵੀ ਗੁੱਲ ਹੋ ਗਈ, ਉਹਨਾਂ ਦਾ ਮਿਲਾਪ ਨਹੀਂ ਹੋਇਆ। ਸਰਦਾਰ ਕਪੂਰ ਸਿੰਘ ਨੇ ਅਸੈਂਬਲੀ ਵਿੱਚ ਕਿਹਾ ਸੀ, ਰੱਖ ਲਈ ਮੇਰੇ ਖੁਦਾ ਨੇ ਮੇਰੀ ਬੇਕਸੀ ਕੀ ਸ਼ਰਮ। ਸਰਦਾਰ ਦਰਸ਼ਨ ਸਿੰਘ ਫੇਰੂਮਾਨ 74 ਦਿਨ ਦੇ ਉਸ ਮਰਨ ਵਰਤ, ਜੋ ਸਹੀ ਮਾਇਨੇ ਵਿੱਚ ਮਰਨ ਵਰਤ ਸੀ, ਕਿਉਂਕਿ ਇਸ ਤੋਂ ਪਹਿਲਾਂ ਮਰਨ ਵਰਤ ਦਾ ਮਤਲਬ ਹੁੰਦਾ ਸੀ ਤਾਂ ਪੂਰਾ ਨਹੀਂ ਸੀ ਕੀਤਾ ਜਾਂਦਾ ਕਿਉਂਕਿ ਦੁਬਾਰਾ ਫਿਰ ਮਰਨ ਵਰਤ ਰੱਖਣਾ ਸੀ। ਅਖੀਰ ਵਿੱਚ 27 ਅਕਤੂਬਰ 1969 ਨੂੰ ਉਹ ਪੰਥ ਦਾ ਮਹਾਨ ਸਪੂਤ, ਉਹ ਸ਼ਹੀਦ, ਅਰਦਾਸ ਦੀ ਮਹੱਤਤਾ ਨੂੰ ਬਰਕਰਾਰ ਰੱਖਦਿਆਂ ਹੋਇਆਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਉਹ ਸ਼ਹਾਦਤ ਦਾ ਜਾਮ ਪੀ ਗਿਆ। ਪਰ ਸ਼ਹਾਦਤ ਹੋ ਜਾਣੀ ਇਹ ਵੱਖਰੀ ਗੱਲ ਹੈ। ਉਹਨਾਂ ਨੇ ਆਪਣੀ ਵਸੀਅਤ ਦੇ ਵਿੱਚ ਜੋ ਕੁਝ ਕਿਹਾ ਸੀ, ਸਿੱਖ ਹੋਮਲੈਂਡ, ਅਰਦਾਸ ਦੀ ਮਹੱਤਤਾ ਔਰ ਸੰਤ ਫਤਿਹ ਸਿੰਘ ਵੱਲੋਂ ਬਾਰ-ਬਾਰ ਸੜ ਮਰਨ ਦਾ ਡਰਾਮਾ, ਔਰ ਨਾਲ ਹੀ ਇਹ ਵੀ ਕਿ ਜੋ ਸ੍ਰੀ ਅਕਾਲ ਤਖਤ ਸਾਹਿਬ ਦੀ ਬੇਹੁਰਮਤੀ ਕੀਤੀ ਗਈ ਔਰ ਜੋ ਹਵਨ ਕੁੰਡ ਬਣਾਏ ਗਏ, ਉਸ ਦੇ ਲਈ ਮੈਂ ਸ਼ਹਾਦਤ ਦੇ ਰਿਹਾ। ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਸ ਸਮੇਂ ਜੋ ਮਤਾ ਪਾਸ ਕੀਤਾ ਉਹ ਬਹੁਤ ਹੀ ਅਹਿਮ ਹੈ। ਉਸ ਦੇ ਵਿੱਚ ਲਿਖਿਆ ਗਿਆ, ਸਰਦਾਰ ਦਰਸ਼ਨ ਸਿੰਘ ਫੇਰੂਮਾਨ ਦੀ ਸ਼ਹੀਦੀ ਤੇ ਹਮਦਰਦੀ ਦਾ ਮਤਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਦਾ ਮਤਾ ਹੈ। ਇਸ ਵਿੱਚ ਕਿਹਾ ਗਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਜਨਰਲ ਸਮਾਗਮ ਸਰਦਾਰ ਦਰਸ਼ਨ ਸਿੰਘ ਜੀ ਫੇਰੂਮਾਨ ਦੇ ਚੰਡੀਗੜ੍ਹ ਦੀ ਪ੍ਰਾਪਤੀ ਲਈ 74 ਦਿਨ ਦੇ ਮਰਨ ਵਰਤ ਪਿੱਛੋਂ ਸ਼ਹੀਦ ਹੋ ਜਾਣ 'ਤੇ ਦੁੱਖ ਦਾ ਪ੍ਰਗਟਾਵਾ ਕਰਦਾ ਹੈ। ਅਫਸੋਸ ਦੀ ਗੱਲ ਹੈ ਕਿ ਭਾਰਤ ਦੀ ਕਾਂਗਰਸ ਸਰਕਾਰ ਵੱਲੋਂ
ਆਜ਼ਾਦ ਭਾਰਤ ਵਿੱਚ ਇਸ ਦੇਸ਼ ਦੇ ਸ਼ਹਿਰੀਆਂ ਨੂੰ ਇਸ ਤਰ੍ਹਾਂ ਆਪਣੀ ਜਾਇਜ਼ ਤੇ ਹੱਕੀ ਮੰਗ ਮਨਾਉਣ ਲਈ ਆਤਮ ਬਲੀਦਾਨ ਦੇਣ ਲਈ ਮਜਬੂਰ ਕੀਤਾ ਜਾਂਦਾ ਹੈ। ਸ਼੍ਰੋਮਣੀ ਕਮੇਟੀ ਦਾ ਇਹ ਸਮਾਗਮ ਸ਼ਹੀਦ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਦੇ ਪਰਿਵਾਰ ਨਾਲ ਡੂੰਘੀ ਹਮਦਰਦੀ ਪ੍ਰਗਟ ਕਰਦਾ ਹੋਇਆ ਸ੍ਰੀ ਅਕਾਲ ਪੁਰਖ ਦੀ ਸੇਵਾ ਵਿਖੇ ਅਰਦਾਸ ਕਰਦਾ ਹੈ ਕਿ ਉਹ ਸ਼ਹੀਦ ਦੀ ਆਤਮਾ ਨੂੰ ਸੱਚਖੰਡ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਪ੍ਰਦਾਨ ਕਰੇ। ਦਰਸ਼ਨ ਸਿੰਘ ਫੇਰੂਮਾਨ ਦੀ ਸ਼ਹਾਦਤ ਦਾ ਕਾਰਨ ਕੁਝ ਹੋਰ ਸੀ, ਪਰ ਜੋ ਮਤਾ ਪਾਸ ਕੀਤਾ ਉਹ ਪਾਂਡਾ ਪੰਨਿਆ ਗਿਆ ਕਿ ਚੰਡੀਗੜ੍ਹ ਦੀ ਖਾਤਰ ਤੇ ਭਾਰਤ ਸਰਕਾਰ ਦੇ ਵਾਅਦਿਆਂ ਦੀ ਖਾਤਰ ਉਸ ਦੇ ਖਿਲਾਫ ਉਹਨਾਂ ਨੇ ਇਹ ਜੋ ਹੈ ਮਰਨ ਵਰਤ ਰੱਖਿਆ। ਸਰਦਾਰ ਦਰਸ਼ਨ ਸਿੰਘ ਫੇਰੂਮਾਨ ਦੀ ਜਿਹੜੀ ਵਸੀਅਤ ਉਸ ਵੇਲੇ ਅਖਬਾਰਾਂ ਦੇ ਵਿੱਚ ਵੀ, ਹਾਲਾਂ ਓਰੀਜਨਲ ਉਹਨਾਂ ਦੀ ਦੂਸਰੀ ਜੋ ਉਹਦੇ 'ਚ ਸਾਰਾ ਕੁਝ ਸੀ, ਪਰ ਜੋ ਅਖਬਾਰਾਂ 'ਚ ਉਸ ਦਿਨ ਛਪਿਆ ਉਹਨਾਂ ਦੀ ਉਸ ਵਸੀਅਤ ਦੇ ਅੰਸ਼ ਉਹ ਸਨ, ਫॉर ਦੀ ਲਾਸਟ ਹਾਫ ਏ ਸੈਂਚੁਰੀ I have worked through sufferings and tribulations for the freedom of my country and for ensuring ever-increasing ascendance and expansion of the Panth. The country is now free, but the Panth is still in bondage. In the country, corruption and moral degradation have vastly increased. The management of the Sikh Gurdwaras and the conduct of Sikh politics have fallen into the hands of hypocrites styling themselves pious sons, those who did not wish the Panth well. The doctrines of the Sikh religion, the traditions of the Sikh religion, the traditions of the Khalsa, the historical splendor of the Sikh nation had been thus trampled under the feet of these undesirable persons. Those who had played up the drama of undertaking solemn vows before the Akal Takht to immolate themselves have, by taking recourse to lies and cowardice, captured the decision-making centers of power. The traitors of the Panth and the pious friends called sons have successfully hatched an ugly conspiracy to eliminate every vestige of the wholesome influence of Sikh religion from Sikh politics with the purpose of making Sikh people slave of others. This grave sin can be washed away only through a genuine and pure martyrdom. The ugly and audacious memorials, these Havan Kunds, which Sant Fateh Singh has got constructed as rivals of the holy Akal Takht, are calling loudly for genuine sacrifice from Singhs. To achieve this, and I am going to lay down my life. कितना स्पष्ट ਇਹ ਉਹਨਾਂ ਦਾ ਐਲਾਨ ਸੀ, ਔਰ ਮਤਾ ਜੋ ਸੀ ਉਸ ਦੇ ਕਿਤਨਾ ਵਿਪਰੀਤ ਸੀ। ਇਸ ਦਾ ਹਸ਼ਰ ਕੀ ਹੋਇਆ, ਸ਼੍ਰੋਮਣੀ ਕਮੇਟੀ ਦਾ ਇਸ 'ਤੇ ਕੀ ਰੱਦੋ ਅਮਲ ਹੋਇਆ। ਇੱਕ ਛੋਟੇ ਜਿਹੇ ਬ੍ਰੇਕ ਦੇ ਬਾਅਦ ਅਸੀਂ ਆਪ ਦੇ ਸਾਹਮਣੇ ਹਾਜ਼ਰ ਹੋਵਾਂਗੇ ਔਰ ਨਾਲ ਹੀ ਆਪ ਦੀਆਂ ਕਾਲਸ ਲਵਾਂਗੇ। ਜਸ ਪੰਜਾਬੀ ਦੇ ਸੂਝਵਾਨ ਦਰਸ਼ਕਾਂ ਦਾ ਇਸ ਮਤੇ ਗੁਰਮਤੇ ਅਤੇ ਹੁਕਮਨਾਮੇ ਪ੍ਰੋਗਰਾਮ ਦੇ ਵਿੱਚ ਪੰਥ ਦੇ ਇੱਕ ਬਹੁਤ ਹੀ ਗੰਭੀਰ ਮਤੇ ਦੇ ਉੱਤੇ ਆਪ ਨਾਲ ਵਿਚਾਰ ਸਾਂਝੇ ਕੀਤੇ ਜਾ ਰਹੇ ਹਨ। ਜਿਸ ਵੇਲੇ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਦੀ ਸ਼ਹਾਦਤ ਹੋ ਗਈ, ਉਸ ਦੇ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੋ ਮਤਾ ਪਾਸ ਕੀਤਾ ਉਹ ਆਪ ਨੇ ਵੇਖਿਆ, ਪਰ ਇਸ ਦੇ ਨਾਲ ਇੱਕ ਹੋਰ ਮਤਾ ਪਾਸ ਕੀਤਾ, ਉਹ ਆਪ ਨਾਲ ਸਾਂਝਾ ਕਰਾਂਗੇ। ਪਰ ਸ਼ਹੀਦ ਦੀ ਸ਼ਹਾਦਤ ਇੱਕ ਅਗੰਮੀ ਚੀਜ਼ ਹੁੰਦੀ ਹੈ ਔਰ ਕਦੀ ਅਜਾਈ ਨਹੀਂ ਜਾਂਦੀ। ਸਮੇਂ ਦੇ ਦੌਰ ਵਿੱਚ ਉਸ ਨੂੰ ਦਬਾਇਆ ਜਾ ਸਕਦਾ ਹੈ, ਪਰ ਅਖੀਰ ਦੇ ਵਿੱਚ ਉਹ ਪ੍ਰਗਟ ਹੁੰਦੀ ਹੈ। ਕਾਫੀ ਚਿਰ ਬਾਅਦ 1969 ਦੇ ਵਿੱਚ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਦੀ ਸ਼ਹਾਦਤ ਹੋਈ, ਪਰ ਬਹੁਤ ਹੀ ਤਸੱਲੀ ਦੀ ਗੱਲ ਹੈ ਕਿਉਂਕਿ ਇਹ ਪੰਥ ਦੇ
जिंदा होने का सबूत है, पंथ की एक चेतनता का सबूत है कि 2007 ਦੇ ਵਿੱਚ ਜਥੇਦਾਰ ਸੁਖਦੇਵ ਸਿੰਘ ਪੌਰ ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸਨ ਉਸ ਸਮੇਂ, ਉਹਨਾਂ ਨੇ ਸ਼੍ਰੋਮਣੀ ਕਮੇਟੀ ਦੇ ਇਜਲਾਸ ਵਿੱਚ ਇੱਕ ਵਿਸ਼ੇਸ਼ ਮਤਾ ਪੇਸ਼ ਕੀਤਾ ਕਿ ਜੋ 1969 ਦੇ ਵਿੱਚ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਤਾ ਦਰਸ਼ਨ ਸਿੰਘ ਫੇਰੂਮਾਨ ਬਾਰੇ ਸੀ ਉਹ ਤੱਥਾਂ ਦੇ ਵਿਪਰੀਤ ਸੀ, ਗਲਤ ਸੀ ਔਰ ਸ਼ਹੀਦ ਦੀ ਸ਼ਹਾਦਤ ਨੂੰ ਸਹੀ ਪਰਿਪੇਖ ਵਿੱਚ ਨਹੀਂ ਪੇਸ਼ ਕਰਦਾ। ਉਹ ਜਿਸ ਵੇਲੇ ਉਹਨਾਂ ਨੇ ਇਹ ਮਤਾ ਪੇਸ਼ ਕੀਤਾ, ਤਸੱਲੀ ਦੀ ਗੱਲ ਹੈ ਕਿ ਉਹ ਮਤਾ ਪਾਸ ਹੋਇਆ ਸਰਬਸੰਮਤੀ ਨਾਲ ਔਰ ਉਸ ਦੇ ਵਿੱਚ ਇਸ ਗਲਤੀ ਨੂੰ ਦਰੁਸਤ ਕੀਤਾ ਗਿਆ। ਸੋ ਇੱਕ ਮਤਾ ਇਹ ਵੀ ਬਹੁਤ ਵੱਡੀ ਗੱਲ ਹੈ। ਮਾਸਟਰ ਜੀ ਕਿਹਾ ਕਰਦੇ ਸੀ, ਗਲਤੀ ਦੀ ਸਮਝ ਆ ਜਾਣ ਨਾਲ ਅੱਧੀ ਠੀਕ ਹੋ ਜਾਂਦੀ ਹੈ, ਮੰਨ ਲੈਣ ਨਾਲ ਪੂਰੀ ਠੀਕ ਹੋ ਜਾਂਦੀ ਹੈ। ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਹੀ ਜਨਰਲ ਇਜਲਾਸ ਦੇ ਪਾਸ ਕੀਤੇ ਹੋਏ ਮਤੇ ਨੂੰ, ਹਾਲਾਂ ਜੋ ਤੱਥ ਸਨ ਉਹ ਬਹੁਤ ਹੀ ਪੁਕਾਰ ਕੇ ਉਸ ਦੇ ਬਾਰੇ ਦੱਸ ਰਹੇ ਸਨ ਕਿ ਤੱਥਾਂ ਦੇ ਵਿੱਚ ਕੀ ਹੈ ਔਰ ਉਸ ਨੂੰ ਉਹਨਾਂ ਨੇ ਦਰੁਸਤ ਕੀਤਾ। ਸੋ ਇਹ ਇਸ ਦਾ ਜਿਸ ਨੂੰ ਕਿਹਾ ਜਾ ਸਕਦਾ ਹੈ ਕਿ ਖੁਸ਼ਨੁਮਾ ਅੰਤ ਜੋ ਹੈ, ਅੰਤ ਭਲਾ ਸੋ ਸਭ ਭਲੇ ਵਾਲੀ ਗੱਲ ਜਿਹੜੀ ਕਹੀ ਜਾਂਦੀ ਹੈ ਕਿ ਸ਼੍ਰੋਮਣੀ ਕਮੇਟੀ ਨੇ ਉਹ ਇੱਕ ਮਤਾ ਜੋ ਕਿ ਉਸ ਵੇਲੇ ਉਹਨਾਂ ਨੂੰ ਸੂਟ ਨਹੀਂ ਸੀ ਕਰਦਾ, ਹਾਲਾਤ ਇੱਦਾਂ ਦੇ ਸੀ ਕਿਉਂਕਿ ਉਹ ਹਵਨ ਕੁੰਡ ਔਰ ਉਹ ਜਿਹੜੀਆਂ ਸਾਰਾ ਕੁਝ ਡਰਾਮਾ ਔਰ ਜੋ ਸੜ ਮਰਨ ਦਾ ਬਾਰ-ਬਾਰ ਹੋਇਆ ਉਸ ਦੇ ਕਰਕੇ ਇਹ ਜੋ ਕਾਰਵਾਈ ਹੋਈ, ਪਰ ਉਸ ਨੂੰ ਦਰੁਸਤਗੀ ਕਰ ਦਿੱਤੀ ਗਈ। ਇਸ ਦੇ ਬਾਅਦ ਉਸੇ 1969 ਦੇ ਮਤੇ ਦੇ ਵਿੱਚ ਇੱਕ ਹੋਰ ਹਾਸੋਹੀਣਾ ਪੱਖ ਹੈ ਕਿ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਨੇ ਕਮਾਲ ਦੀ ਸ਼ਹਾਦਤ ਦਿੱਤੀ ਔਰ ਉਹਨਾਂ ਨੇ ਆਪਣੀ ਸ਼ਹਾਦਤ ਦੇ ਨਾਲ ਉਹ ਤੋਣਾ ਧੋਇਆ। ਮਗਰ ਉਸ ਦੇ ਬਾਵਜੂਦ ਉਸੇ ਹੀ ਇਜਲਾਸ ਵਿੱਚ ਜਿਸ ਵਿੱਚ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਦੀ ਸ਼ਹਾਦਤ ਨੂੰ ਕੇਵਲ ਚੰਡੀਗੜ੍ਹ ਦੀ ਖਾਤਰ ਕੀਤੀ ਹੋਈ ਸ਼ਹਾਦਤ ਦੱਸਿਆ ਗਿਆ, ਉਸ ਦੇ ਨਾਲ ਹੀ ਜਿਹੜਾ ਮਤਾ ਪਾਸ ਕੀਤਾ ਉਹ ਵੀ ਕਾਫੀ ਇੱਕ ਲਫ਼ਜ਼ ਜਿਹੜਾ ਵਰਤਿਆ ਜਾਏ ਤਾਂ ਦਿਲਚਸਪੀ ਵਾਲਾ ਹੋਏਗਾ ਸਮਝਣਾ। ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਜੇ ਇਸ ਵਿਸ਼ੇ 'ਤੇ ਜਾਂ ਹੋਰ ਕਿਸੇ ਵਿਸ਼ੇ ਦੇ ਉੱਤੇ 7187865221 ਦੇ ਉੱਤੇ, ਪਰ ਅਸੀਂ ਆਪ ਨੂੰ ਜੋ ਇਸ ਦਾ ਦੂਜਾ ਪੱਖ ਸੀ, ਜੋ ਦੂਸਰਾ ਪਾਰਟ ਸੀ ਉਸ ਮਤੇ ਦਾ ਉਸੇ ਇਜਲਾਸ ਵਿੱਚ ਕੀਤਾ, ਉਹ ਵੀ ਬਹੁਤ ਅਹਿਮ ਹੈ, ਉਹ ਆਪ ਦੀ ਨਜ਼ਰ ਕਰਨਾ ਜ਼ਰੂਰੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਸ ਜਨਰਲ ਇਜਲਾਸ ਨੇ ਜੋ ਮਤਾ, ਇੱਕ ਹੋਰ ਮਤਾ ਫੇਰੂਮਾਨ ਦੀ ਸ਼ਹਾਦਤ ਦੇ ਬਾਅਦ ਜਿਹੜਾ ਦੂਸਰਾ ਮਤਾ ਪਾਸ ਕੀਤਾ, ਉਸ ਦੀ ਇਬਾਰਤ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਇਜਲਾਸ ਪਿਛਲੇ 3 ਸਾਲ ਤੋਂ ਚੰਡੀਗੜ੍ਹ, ਭਾਖੜਾ ਅਤੇ ਪੰਜਾਬੀ ਬੋਲਦੇ ਇਲਾਕਿਆਂ ਸੰਬੰਧੀ ਹਿੰਦ ਸਰਕਾਰ ਦੇ ਰਵੱਈਏ ਉੱਤੇ ਬੜੀ ਸੰਜੀਦਗੀ ਨਾਲ ਵਿਚਾਰ ਕਰਦਾ ਰਿਹਾ ਹੈ। ਇਸ ਬਾਰੇ ਸ਼੍ਰੋਮਣੀ ਕਮੇਟੀ ਨੂੰ ਖੇਦ ਹੈ ਕਿ 3 ਸਾਲ ਦੇ ਲੰਮੇ ਸਮੇਂ ਵਿੱਚ ਹਿੰਦ ਸਰਕਾਰ ਨੇ ਆਪਣਾ ਉਹ ਵਚਨ ਪੂਰਾ ਨਹੀਂ ਕੀਤਾ ਜਿਸ ਦੇ ਆਧਾਰ ਉੱਤੇ ਸ਼੍ਰੀਮਾਨ ਸੰਤ ਬਾਬਾ ਫਤਿਹ ਸਿੰਘ ਜੀ ਨੇ ਆਪਣਾ ਮਰਨ ਵਰਤ ਮੁਲਤਵੀ ਕੀਤਾ ਸੀ। ਹਾਲਾਂਕਿ ਹਿੰਦ ਸਰਕਾਰ ਨੇ ਇਹ ਵਚਨ ਸਰਦਾਰ ਹੁਕਮ ਸਿੰਘ ਵਰਗੇ ਜ਼ਿੰਮੇਵਾਰ ਆਗੂ ਰਾਹੀਂ ਭੇਜਿਆ ਸੀ ਅਤੇ ਸਰਦਾਰ ਹੁਕਮ ਸਿੰਘ ਜੀ ਨੇ ਭਰੇ ਦੀਵਾਨ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਪਵਿੱਤਰ ਸਥਾਨ 'ਤੇ ਖੜ੍ਹੇ ਹੋ ਕੇ ਤੇ ਸ੍ਰੀ ਹਰਿਮੰਦਰ ਸਾਹਿਬ ਵੱਲ ਮੂੰਹ ਕਰਕੇ ਹਿੰਦ ਸਰਕਾਰ ਵੱਲੋਂ ਪੂਰਨ ਭਰੋਸਾ ਦਿਵਾਇਆ ਸੀ। ਇਸ ਇਜਲਾਸ ਨੂੰ ਖੇਦ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਾਰ-ਬਾਰ ਚੇਤੇ ਕਰਾਉਣ, ਸੰਤ ਬਾਬਾ ਫਤਿਹ ਸਿੰਘ ਜੀ ਦੇ ਮਿਲ ਕੇ ਪ੍ਰੇਰਨਾ ਕਰਨ, ਪੰਜਾਬੀਆਂ ਵੱਲੋਂ ਚੰਡੀਗੜ੍ਹ ਦੇ ਅਦੁੱਤੀ ਮੁਜ਼ਾਹਰੇ ਦੇ ਬਾਵਜੂਦ ਹਾਲਾਂਕਿ ਹਿੰਦ ਸਰਕਾਰ ਨੇ ਪੰਜਾਬੀਆਂ ਦੇ ਜਜ਼ਬਾਤ ਦੀ ਪਰਵਾਹ ਨਹੀਂ ਕੀਤੀ ਅਤੇ ਝੂਠੇ ਵਕਾਰ ਲਈ ਪੰਜਾਬ ਨਾਲ ਭਾਰੀ ਤੇ ਅਸਹਿ ਧੱਕਾ ਅਤੇ ਬੇਇਨਸਾਫੀ ਕਰਨ 'ਤੇ ਤੁਲੀ ਜਾਪਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਜਨਰਲ ਸਮਾਗਮ ਇੱਕ ਵਾਰ ਫਿਰ ਹਿੰਦ ਸਰਕਾਰ ਪਾਸ ਪੂਰੇ ਜ਼ੋਰ ਨਾਲ ਅਪੀਲ ਕਰਦਾ ਹੈ ਕਿ ਚੰਡੀਗੜ੍ਹ
ਭਾਖੜਾ ਅਤੇ ਪੰਜਾਬੀ ਬੋਲਦੇ ਇਲਾਕੇ ਤੁਰੰਤ ਪੰਜਾਬ ਵਿੱਚ ਸ਼ਾਮਲ ਕਰਨ ਦਾ ਐਲਾਨ ਕਰੇ, ਵਰਨਾ ਸ਼੍ਰੀਮਾਨ ਸੰਤ ਬਾਬਾ ਫਤਿਹ ਸਿੰਘ ਜੀ ਨੇ ਜੋ ਆਪਣਾ ਬਲੀਦਾਨ ਦੇਣ ਲਈ ਮਜਬੂਰ ਹੋਣਾ ਪਿਆ, ਤਾਂ ਇਸ ਦੇ ਨਤੀਜਿਆਂ ਲਈ ਹਿੰਦ ਸਰਕਾਰ ਜ਼ਿੰਮੇਵਾਰ ਹੋਵੇਗੀ ਅਤੇ ਪੰਜਾਬੀ ਤੇ ਖਾਸ ਕਰਕੇ ਸਿੱਖ ਸਰਕਾਰ ਦੇ ਇਸ ਧੱਕੇ ਨੂੰ ਕਦੇ ਵੀ ਭੁੱਲ ਨਹੀਂ ਸਕਣਗੇ। ਯਾਨੀ ਕਿ ਕੋਝਾ ਮਜ਼ਾਕ ਹੈ। ਇੱਕ ਪਾਸੇ ਜਿਸ ਬੇਹੁਰਮਤੀ, ਜਿਸ ਨਿਰਾਦਰੀ, ਜਿਸ ਝੂਠੀ ਅਰਦਾਸ ਲਈ ਉਸ ਦੇ ਵਿਰੋਧ ਵਿੱਚ ਦਰਸ਼ਨ ਸਿੰਘ ਫੇਰੂਮਾਨ ਸ਼ਹਾਦਤ ਦੇ ਰਹੇ ਹਨ, ਉਸੇ ਇਜਲਾਸ ਵਿੱਚ ਹੀ ਇੱਕ ਵਾਰ ਫਿਰ ਉਹੀ ਡਰਾਮਾ ਦੁਹਰਾਉਣ ਦੀ ਗੱਲ ਕੀਤੀ ਗਈ ਹੈ। ਸਮਾਂ ਹੈ ਇੱਕ ਛੋਟੇ ਜਿਹੇ ਬ੍ਰੇਕ ਦਾ। ਉਹਦੇ ਬਾਅਦ ਇੱਕ ਹੋਰ ਮਤਾ ਔਰ ਗੁਰਮਤਾ ਆਪ ਨਾਲ ਸਾਂਝਾ ਕਰਾਂਗੇ ਔਰ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 7187865221 ਦੇ ਉੱਤੇ। ਕੁਝ ਸ਼ਾਇਦ ਤਕਨੀਕੀ ਕਾਰਨਾਂ ਕਰਕੇ ਲਾਈਨਾਂ ਡਿਸਟਰਬ ਹਨ, ਪਰ ਫਿਰ ਵੀ ਆਪ ਕੋਸ਼ਿਸ਼ ਕਰ ਸਕਦੇ ਹੋ। ਜੇ ਆਪ ਨਾਲ ਗੱਲ ਹੋ ਗਈ ਤਾਂ ਇਸ ਦੇ ਬਾਰੇ ਆਪ ਦੇ ਵਿਚਾਰ ਸਾਡੇ ਲਈ ਬਹੁਤ ਕੀਮਤੀ ਹਨ। ਇੱਕ ਵਕਫਾ। ਜਸ ਪੰਜਾਬੀ ਦੇ ਸੂਝਵਾਨ ਦਰਸ਼ਕਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਅਸੀਂ ਆਪ ਨਾਲ ਗੱਲ ਕਰ ਰਹੇ ਸੀ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਦੀ ਉਹ ਮਹਾਨ ਸ਼ਹਾਦਤ, ਜਿਹੜੀ ਕਿ ਅਰਦਾਸ ਦੀ ਖਾਤਰ ਉਹਨਾਂ ਨੇ ਸ਼ਹਾਦਤ ਦਿੱਤੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਤਾ ਔਰ ਬਾਅਦ ਵਿੱਚ 2007 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਸ ਦੀ ਦਰੁਸਤਗੀ ਕਰਕੇ ਉਸ ਮਤੇ ਨੂੰ ਸਹੀ ਤੱਥਾਂ ਦੇ ਆਧਾਰ ਦੇ ਉੱਤੇ ਦਰਸ਼ਨ ਸਿੰਘ ਫੇਰੂਮਾਨ ਦੀ ਸ਼ਹਾਦਤ ਨੂੰ ਅਰਦਾਸ ਦੀ ਖਾਤਰ ਕੀਤੀ ਹੋਈ ਸ਼ਹਾਦਤ ਦੱਸਦਿਆਂ ਉਸ ਨੂੰ ਪ੍ਰਵਾਨ ਕੀਤਾ। ਹਾਲਾਂਕਿ ਪੰਜਾਬੀ ਯੂਨੀਵਰਸਿਟੀ ਨੇ ਜੋ ਪੰਜਾਬ ਦੇ ਸ਼ਹੀਦ ਇੱਕ ਸੀਰੀਜ਼ ਸ਼ੁਰੂ ਕੀਤੀ ਹੈ, ਉਸ ਕਿਤਾਬ ਦੇ ਵਿੱਚ ਜੋ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਦੀ ਸ਼ਹਾਦਤ ਬਾਰੇ ਜੋ ਜ਼ਿਕਰ ਕੀਤਾ ਹੈ, ਉਹ ਸਹੀ ਕੀਤਾ ਹੈ ਕਿ ਉਹ ਸਿੱਖ ਹੋਮਲੈਂਡ ਲਈ, ਉਸ ਦੇ ਵਿੱਚ ਲਿਖਿਆ ਹੈ ਕਿ ਉਹ ਸਿੱਖ ਹੋਮਲੈਂਡ ਲਈ ਔਰ ਅਰਦਾਸ ਲਈ ਉਹਨਾਂ ਨੇ ਸ਼ਹਾਦਤ ਦਿੱਤੀ ਸੀ। ਚੰਡੀਗੜ੍ਹ ਉਸ ਦਾ ਕਾਰਨ ਸੀ, ਪਰ ਮੁੱਖ ਕਾਰਨ ਉਹਨਾਂ ਦਾ ਜੋ ਅਰਦਾਸ ਦੀ ਮਹਾਨਤਾ ਔਰ ਸਿੱਖ ਹੋਮਲੈਂਡ ਸੀ। ਸੋ ਇਹ ਕਹਿਣ ਦਾ ਭਾਵ ਇਹ ਹੈ ਕਿ ਜੇਕਰ ਕਿਧਰੇ ਕੋਈ ਐਸੀ ਗੱਲ ਹੋ ਵੀ ਜਾਂਦੀ ਹੈ, ਪਰ ਪੰਥ ਦੀ ਚੇਤਨਤਾ, ਪੰਥ ਦੀ ਜਾਗਰੂਕਤਾ ਜੋ ਹੈ ਉਹ ਆਗੂਆਂ ਨੂੰ ਵੀ ਔਰ ਪੰਥ ਨੂੰ ਵੀ ਸਹੀ ਰਸਤਾ ਦਿਖਾਉਣ ਦੇ ਵਿੱਚ ਸਹਾਈ ਹੁੰਦੀ ਹੈ। ਅਸੀਂ ਕੋਸ਼ਿਸ਼ ਕਰਾਂਗੇ ਆਪ ਦੀਆਂ ਕਾਲਸ ਲੈਣ ਦੀ। ਕੁਝ ਦਿੱਕਤ ਹੋ ਰਹੀ ਹੈ ਕਾਲਸ ਵਿੱਚ, ਬਟ ਫਿਰ ਵੀ। ਹੈਲੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਕੌਣ ਬੋਲ ਰਹੇ ਹੋ ਜੀ? ਸਾਹਿਬ ਜੀ, ਆਤਮਾ ਸਿੰਘ ਬੋਲ ਰਹੇ। ਹਾਂਜੀ ਹਾਂਜੀ, ਆਤਮਾ ਸਿੰਘ ਜੀ, ਕੀ ਹਾਲ ਹੈ? ਠੀਕ ਹੈ, ਆਸ਼ੀਰਵਾਦ ਹੈ ਤੁਹਾਡੇ। ਅੱਛਾ, ਤੁਸੀਂ ਅੱਜ ਬੜਾ ਵਧੀਆ ਮਤਾ ਲੈ ਕੇ ਆਏ ਜੀ। ਤੋ ਜਿਹੜਾ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਦਾ ਜਿਹੜਾ ਸੀਗਾ ਉਹ ਕਾਫੀ ਪੁਰਾਣਾ, ਤੇ ਜਿਹੜਾ ਆਪਣਾ ਇੱਕ ਹੋਰ ਤੇ ਸੰਤ ਭਿੰਡਰਾਂ ਵਾਲੇ ਨੇ ਜਿਹੜੀ ਸ਼ਹਾਦਤ ਦਿੱਤੀ, ਉਹਨਾਂ ਦੇ ਬਾਰੇ ਤੁਹਾਡਾ ਕੀ ਵਿਚਾਰ ਹੈ? ਉਹਨਾਂ ਦੇ ਬਾਰੇ ਕੀ ਮਤੇ ਪਾਸ ਹੋਏ, ਕੁਛ ਇਹਦੇ ਬਾਰੇ ਚਾਨਣਾ ਪਾਓ। ਬਿਲਕੁਲ ਜ਼ਰੂਰ ਦੇਵਾਂਗੇ। ਉਹ ਮਤੇ ਵੀ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਔਰ ਛੇਤੀ ਅਸੀਂ ਉਹ ਸਾਰੇ ਜਿਹੜੇ ਹੈ ਉਹ ਲੈ ਕੇ ਤੇ ਆਪ ਦੀ ਨਜ਼ਰ ਜ਼ਰੂਰ ਕਰਾਂਗੇ, ਕਿਉਂਕਿ ਅਗਰ ਜਿਹੜੀ ਵੀ ਸ਼ਹਾਦਤ ਹੋਈ ਹੈ ਹਰਿਮੰਦਰ ਸਾਹਿਬ ਦੀ ਰਾਖੀ ਲਈ ਹੋਈ, ਅਰਦਾਸ ਲਈ ਹੋਈ, ਉਹ ਕੌਮ ਲਈ ਇੱਕ ਬਹੁਤ ਵੱਡਾ ਸਰਮਾਇਆ ਹੈ। ਸੋ ਉਹਦੇ ਉੱਤੇ ਵੀ ਅਸੀਂ ਜ਼ਰੂਰ ਆਪ ਨਾਲ ਉਹ ਜ਼ਰੂਰ ਸਾਂਝਾ ਕਰਾਂਗੇ। ਬਹੁਤ ਮਿਹਰਬਾਨੀ ਜੀ, ਜਰੂਰ ਦਿਲੋਂ ਦਿਲੋਂ ਜ਼ਰੂਰ ਕਰਿਓ। ਜ਼ਰੂਰ ਜੀ, ਜ਼ਰੂਰ ਜ਼ਰੂਰ। ਸਾਡੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਜਿਹੜਾ ਮਤਾ ਸੀ ਜਿਸ ਦੇ ਬਾਰੇ ਅਸੀਂ ਆਪ ਨਾਲ ਗੱਲ ਕੀਤੀ। ਇੱਕ ਹੋਰ ਇਸ ਦੇ ਅਸਲ ਵਿੱਚ ਕਾਰਨ ਇਹ ਹੁੰਦਾ ਹੈ ਕਿ ਜਦੋਂ ਇਤਿਹਾਸ, ਕੰਟੈਂਪਰੇਰੀ ਇਤਿਹਾਸ ਹੁੰਦਾ ਹੈ, ਉਸ ਵਿੱਚ ਕਈ ਦਫਾ ਕਈ ਦਬਾਅ, ਕਈ ਪਾਸਿਓਂ ਪ੍ਰਭਾਵ ਐਸੇ ਹੁੰਦੇ ਹਨ ਕਿ ਉਹ ਤੱਥਾਂ ਨੂੰ ਵਿਗਾੜ ਦਿੰਦੇ ਹਨ ਔਰ ਸਹੀ ਗੱਲ ਸ਼ਾਇਦ ਕਈ ਦਫਾ ਉਹ ਥੱਲੇ ਰੁਲ ਜਾਂਦੀ ਹੈ ਔਰ ਪੂਰੀ ਗੱਲ ਪਹੁੰਚ ਨਹੀਂ ਪਾਉਂਦੀ।
ਇਸ ਕਰਕੇ ਕਈ ਵਾਰ ਐਸੇ ਮਿਥ ਕ੍ਰੀਏਟ ਹੋ ਜਾਂਦੇ ਹਨ, ਐਸੇ ਮਿਥਕ ਬਣ ਜਾਂਦੇ ਹਨ, ਜਿਵੇਂ ਕਈ ਮਿਥ ਪੰਥ ਦੇ ਵਿੱਚ ਪ੍ਰਚਲਿਤ ਕਰ ਦਿੱਤੇ ਗਏ ਕਿ ਜਿਵੇਂ ਪਹਿਲਾ ਮਿਥ ਜਿਹੜਾ ਸਭ ਤੋਂ ਵੱਡਾ ਸੀ ਉਹ ਸੀ ਦਰਸ਼ਨ ਸਿੰਘ ਫੇਰੂਮਾਨ ਦੀ ਸ਼ਹਾਦਤ ਬਾਰੇ। ਹੋਰ ਵੀ ਜਿਹੜੇ ਹਨ ਉਹਨਾਂ ਬਾਰੇ ਆਪ ਨਾਲ ਗੱਲ ਕਰਾਂਗੇ ਇੱਕ ਕਾਲ ਦੇ ਬਾਅਦ। ਹੈਲੋ ਚਲੋ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਰਾਜਕੁਮਾਰ ਜੀ। ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਰਾਜਕੁਮਾਰ ਜੀ। ਜੀ, ਹਾਂਜੀ ਹੁਕਮ ਕਰੋ, ਕੀ ਕਹਿਣਾ ਚਾਹੁੰਦੇ? ਮੇਰੀ ਰਿਕੁਐਸਟ ਹੈ ਜੀ, ਮੈਂ ਤਾਂ ਹੁਣੇ ਲਿਖ ਕੇ ਹਟਿਆ ਸੀਗਾ ਤੁਹਾਡੇ ਪ੍ਰੋਗਰਾਮ ਦੇ ਆਪਣੇ ਹੁਕਮਨਾਮੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਲਿਖ ਕੇ ਹਟਿਆ ਸੀ ਕਿ ਅੱਜ ਦਰਸ਼ਨ ਸਿੰਘ ਫੇਰੂਮਾਨ ਜੀ ਦਾ ਕੋਈ ਨਾਮ ਹੀ ਨਹੀਂ ਲੈਂਦਾ ਜੀ ਨਾ, ਤਾਂ ਬਾਦਲ ਸਾਹਿਬ ਦੀ ਸਰਕਾਰ, ਨਾ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ, ਨਾ ਤੁਹਾਡਾ। ਜੀ, ਮੈਂ ਜੀ। ਲਿਖ ਕੇ ਹਟਿਆ ਹੀ ਸੀਗਾ ਜੀ ਕਿ ਤੁਸੀਂ ਇਹ ਯਾਨੀ ਇਹ ਆਪਣੇ ਹੁਕਮਨਾਮੇ ਤੇ ਆਪਣੇ ਗੁਰਮਤੇ ਹੁਕਮਨਾਮੇ ਦੇ ਵਿੱਚ ਜੋ ਹੈ ਜੀ ਮੇਰਾ ਦਿਲ ਤੋਂ ਬਾਰ-ਬਾਰ ਹੋ ਗਿਆ ਇਸ ਗੱਲ ਨੂੰ ਕਿ ਉਹਨਾਂ ਦੀ ਸ਼ਹਾਦਤ ਨੂੰ ਜੀ ਅੱਜ ਯਾਦ ਕੀਤਾ ਗਿਆ। ਹੂੰ ਉਹਨਾਂ ਨੇ ਜੋ ਕੁਝ ਵੀ ਪੰਜਾਬ ਦੀ ਪੰਜਾਬੀਅਤ ਤੇ ਜੋ ਕੁਝ ਵੀ ਆਪਣਾ ਜੋ ਕੁਝ ਉਹਨਾਂ ਨੇ ਆਪਣੀ ਕੁਰਬਾਨੀ ਦਿੱਤੀ, ਹੂੰ ਉਸ ਸਮੇਂ ਜੋ ਕੁਝ ਸੰਤ ਫਤਿਹ ਸਿੰਘ ਜੀ ਕਰ ਰਹੇ ਸੀ, ਡਰਾਮਾ ਕਰ ਰਹੇ ਸੀ, ਹੂੰ ਉਸ ਡਰਾਮੇ ਨੂੰ ਉਹਨਾਂ ਨੇ ਇੱਕ ਸਾਰਥਕ ਰੂਪ ਦੇ ਕੇ ਹੂੰ ਉਹਨਾਂ ਨੇ ਇਹ ਦੱਸਿਆ ਕਿ ਸ਼ਹਾਦਤ ਇਹ ਚੀਜ਼ ਹੁੰਦੀ ਹੈ, ਹੂੰ ਚਾਹੇ ਮੰਨੀਆਂ ਜਾਣ ਤੇ ਚਾਹੇ ਨਾ ਮੰਨੀਆਂ ਜਾਣ। ਹੂੰ ਜਾਂ ਮੈਂ ਇਹ ਕਹਾਂਗਾ ਕਿ ਹਿੰਦ ਸਰਕਾਰ ਨਹੀਂ, ਆਪਾਂ ਇਹਦੇ ਬਜਾਏ ਜੇ ਆਪਾਂ ਇਹ ਵਰਤੀਏ ਕਿ ਉਸ ਸਮੇਂ ਦੀ ਸਰਕਾਰ, ਹੂੰ ਤੇ ਇਹ ਜ਼ਿਆਦਾ ਬਿਹਤਰ ਹੋਏਗਾ। ਸਮੇਂ ਦੀ ਸਰਕਾਰ ਜੀ ਚਾਹੇ ਕੋਈ ਵੀ ਹੋਵੇ, ਅਸੀਂ ਇੱਕ ਦੇਸ਼ ਦਾ ਹਿੱਸਾ ਹੈ, ਹੂੰ ਹਿੰਦੁਸਤਾਨ ਦਾ ਹਿੱਸਾ ਹੈ। ਹੂੰ ਹਿੰਦੁਸਤਾਨ ਦੇ ਵਿੱਚ ਮੇਰੇ ਵਰਗੇ ਰਾਜਕੁਮਾਰ ਕਈ ਆ, ਹੂੰ ਪੰਜਾਬ ਦੇ ਵਿੱਚ ਆ ਜਿਹੜੇ ਕਿ ਸਿੱਖੀ ਨਾਲ ਪਿਆਰ ਕਰਦੇ ਆ। ਹੂੰ ਮੈਂ ਸਿੱਖੀ ਨਾਲ ਮੇਰਾ ਇੰਨਾ ਕੁ ਡੂੰਘਾ ਰਿਸ਼ਤਾ ਹੈ ਕਿਉਂਕਿ ਮੇਰਾ ਅੱਧਾ ਪਰਿਵਾਰ ਸਿੱਖ ਹੈ ਤੇ ਅੱਧਾ ਪਰਿਵਾਰ ਹਿੰਦੂ। ਜੀ ਮੈਂ ਨਹੀਂ ਟੁੱਟ ਸਕਦਾ ਕਦੀ ਵੀ, ਹੂੰ ਚਾਹੇ ਕੋਈ ਵੀ ਮੁਹਿੰਮ ਉੱਤੇ ਉੱਠੇ, ਮੈਂ ਵੱਜਿਆ ਹੋਇਆ, ਮੈਂ ਟੁੱਟਿਆ ਪੰਜਾਬ ਚਲੋ ਦੇ ਪੰਜਾਬ। ਠੀਕ ਹੈ ਰਾਜਕੁਮਾਰ ਜੀ, ਤੁਹਾਡਾ ਬੜਾ ਬੜਾ ਧੰਨਵਾਦ। ਜਿਹੜੀ ਗੱਲ ਤੁਸੀਂ ਉਹ ਗੱਲ ਕਹੀ ਹੈ ਕਿ ਅਸੀਂ ਭਾਰਤ ਸਰਕਾਰ ਜਾਂ ਉਹ ਨਾ ਕਹੀਏ, ਜਾਂ ਗੱਲ ਸਵਾਲ ਹੈ ਕਿ ਜੇਕਰ ਔਰੰਗਜ਼ੇਬ ਨੇ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਤਾਂ ਗੁਰੂ ਸਾਹਿਬ ਨੂੰ ਕਹਿਣਾ ਪਿਆ ਠੀਕਰ ਫੋਰ ਦਲੀਸ ਸਿਰ ਪ੍ਰਭਪੁਰ ਕੀਓ ਬਿਆਨ, ਇਹ ਦਿੱਲੀ ਦੀ ਸਰਕਾਰ ਦੇ ਸਿਰ ਭਾਂਡਾ ਭੱਜਿਆ। ਅੱਜ ਵੀ ਕਿਸੇ ਨੇ ਕਹਿਣਾ, ਇਹੀ ਕਹਿਣਾ ਕਿ ਦਿੱਲੀ ਦੀ ਸਰਕਾਰ ਨੇ ਹੀ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਸੀ। ਸੋ ਉਸ ਵੇਲੇ ਵੀ ਜੋ ਕੁਝ ਹੋਇਆ, ਮੁਗਲ ਸਾਮਰਾਜ ਅੱਜ ਨਹੀਂ ਹੈ। ਜੀ ਜੀ ਇਸੇ ਕਰਕੇ ਕਹਿ ਰਹੇ ਆ, ਪਰ ਉਹ ਜਿਹੜਾ ਕੋਈ ਸਾਮਰਾਜ ਬਦਲਦੇ ਰਹਿਣਗੇ, ਹਾਕਮ ਬਦਲਦੇ ਰਹਿਣਗੇ, ਪਰ ਉਹ ਤਖੱਲਸ ਜਿਹੜਾ ਹੈ ਉਹ ਚੰਗਾ ਜਾਂ ਮੰਦਾ ਉਹ ਨਹੀਂ ਮਿਟ ਸਕਦਾ। ਬਹੁਤ ਬਹੁਤ ਧੰਨਵਾਦ। ਹੈਲੋ ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਲਾਮਾ ਸਾਹਿਬ, ਕੀ ਹਾਲ ਹੈ ਜੀ? ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੌਣ ਬੋਲ ਰਹੇ ਵੀਰ ਜੀ? ਮੈਂ ਗੁਰਮੇਲ ਸਿੰਘ ਬੋਲਦਾ ਜੀ, ਫਿਲਾਡੈਲਫੀਆ ਤੋਂ। ਹਾਂਜੀ ਵੀਰ ਜੀ। ਤੇ ਮੈਂ ਜਦੋਂ ਸੰਤ ਫਤਿਹ ਸਿੰਘ ਨੇ ਬਰਤ ਰੱਖਿਆ ਸੀ, ਮੈਨੂੰ ਪੂਰੀ ਤਰ੍ਹਾਂ ਯਾਦ ਹੈ। ਹਾਂਜੀ। ਔਰ ਕਾਫੀ ਦੇਰ ਤੱਕ ਉਹਨੇ ਪੋਸਟਪੋਨ ਕਰੇਗਾ ਟਾਈਮ ਨੂੰ। ਹਾਂ ਫਿਰ ਉਹ ਜਦੋਂ ਉੱਪਰੋਂ ਹੈਲੀਕਾਪਟਰ ਆਇਆ, ਦਿੱਲੀੋਂ ਹੁਕਮ ਸਿੰਘ ਨੇ ਆਏ, ਤਾਂ ਫਿਰ ਉਹਨਾਂ ਨੇ ਕਿਹਾ ਜੀ ਅਸੀਂ ਉਹ ਸ਼ਰਤਾਂ ਮੰਨ ਲਈਆਂ ਗਈਆਂ, ਜੀ ਕੋਈ ਡਿਕਲੇਅਰ ਨਹੀਂ ਕੀਤੀਆਂ। ਜੀ ਉਸ ਤਰ੍ਹਾਂ ਉਹਨਾਂ ਨੇ ਬਰਤ ਤੋੜ ਦਿੱਤਾ। ਮੈਂ ਇਹ ਗੱਲ ਕਰਨਾ ਚਾਹਣਾ ਕਿ ਸੰਤ ਫਤਿਹ ਸਿੰਘ ਨੇ ਡਰਾਮਾ ਹੀ ਕਰਦਾ ਰਿਹਾ ਕੌਮ ਨਾਲ, ਜੀ ਪਰ ਅਗਰ ਜਿਹੜੀ ਉਹ ਆਪਣੇ ਅਰਦਾਸ ਦੀ ਅਗਰ ਕਿਸੇ ਨੇ ਰੂਬਰੂ ਮਤਲਬ ਕੋਈ ਉਹਨੂੰ ਫਾਲੋ ਕੀਤਾ ਜਾਂ ਅਰਦਾਸ ਦੀ ਜੀ ਇੱਜ਼ਤ ਰੱਖੀ, ਉਸ ਫੇਰੂਮਾਨ ਜੀ ਨੂੰ ਰੱਖੀ ਆ, ਜੀ ਜਾਂ ਹੁਣ ਆਪਣੇ ਸੰਤ ਜਰਨੈਲ ਸਿੰਘ ਪਿੰਡਾਂ ਨੇ ਬਿਲਕੁਲ ਰੱਖੀ। ਬਿਲਕੁਲ, ਇਸ ਵਿੱਚ ਕੋਈ ਅਤਕਥਨੀ ਨਹੀਂ, ਇਹ ਬਿਲਕੁਲ ਦਰੁਸਤ ਹੈ। ਕਿਉਂਕਿ ਮੈਂ ਤਾਂ ਵਾਹਿਗੁਰੂ ਨੂੰ ਇਹੀ ਦੁਆ ਕਰਦਾ ਕਿ ਸਾਰੇ ਕੌਮ ਦੇ ਰਹਿਮ ਨਾਲ ਉਹ ਆਣ ਜੀ ਕਿ ਇੱਕ ਅਰਦਾਸ ਦੀ ਜਿਹੜੀ ਸਿੱਧੀ ਇੱਕ ਲਾਈਨ ਨੂੰ ਠੀਕ ਤਰ੍ਹਾਂ ਕੇ ਲੈ ਸਕੇ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ। ਗੱਲ ਇਹ ਹੈ ਕਿ ਜਿਹੜੀ ਅਰਦਾਸ ਹੈ ਉਹ ਇੱਕ ਤਹਈਆ ਹੈ, ਇੱਕ ਨਿਰਣਾ ਹੈ, ਇੱਕ ਨਿਸ਼ਚਾ ਹੈ। ਪਰ ਜੇਕਰ ਅਰਦਾਸ ਕਰਕੇ ਸ਼ਰੇਆਮ ਅਰਦਾਸ ਕਰਕੇ ਜੇਕਰ ਇੱਦਾਂ ਉਸ ਦੀ ਨਿਰਾਦਰੀ ਹੋਏ, ਉਹ ਸਾਰੀ ਕੌਮ ਲਈ ਇੱਕ ਮਾਯੂਸੀ ਦਾ ਕਾਰਨ ਬਣਦਾ ਹੈ ਔਰ ਉਹਨਾਂ ਸਾਰੇ ਪੰਥ ਲਈ ਇੱਕ ਨਿੰਮੋ ਚੂਣੇ ਹੋਣ ਦਾ ਇੱਕ ਵਜ੍ਹਾ ਬਣਦੀ ਹੈ, ਔਰ ਜਿਸ ਨੂੰ ਕਦੀ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਪਰ ਇਸ ਧੋਣੇ ਨੂੰ ਕੋਈ ਇੱਕ ਆਂਧਰਾ ਦੇ ਇੱਕ ਸਿੰਘ ਸਨ, ਉਹ ਵੀ ਸ਼ਹੀਦ ਹੋਏ ਸਨ, ਇਸੇ ਲਈ ਉਹਨਾਂ ਦਾ ਨਾਮ ਮੈਨੂੰ ਸ਼ਾਇਦ ਭੁੱਲ ਰਿਹਾ ਹੈ, ਰਮਾਲੂ ਜਾਂ ਕੀ ਨਾਂ ਸੀ ਉਹਨਾਂ ਦਾ ਕੁਝ, ਤੇ ਨੰਦ ਸਿੰਘ, ਹਾਂਜੀ ਆਂਧਰਾ ਦੇ ਸਿੱਖ ਸਨ। ਉਹਨਾਂ ਨੇ ਵੀ ਆਪਣੇ ਆਪ ਨੂੰ ਸੜ ਕੇ ਮਰ ਗਏ ਸਨ ਕਿ ਇਹ ਅਰਦਾਸ ਦੀ ਨਿਰਾਦਰੀ ਮੇਰੇ ਕੋਲੋਂ ਬਰਦਾਸ਼ਤ ਨਹੀਂ ਹੋ ਸਕਦੀ। ਭਾਈ ਨੰਦ ਸਿੰਘ
ਆਂਧਰਾ ਦਾ ਇੱਕ ਗਰੀਬ ਸਿੱਖ ਸੀ ਔਰ ਉਸ ਦੇ ਬਾਅਦ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਨੇ ਉਹ ਮਹਾਨ ਪੂਰਨਾ ਪਾਇਆ। ਹੈਲੋ 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 ਸੋ ਜਿਹੜੀ ਅਸੀਂ ਗੱਲ ਕਰ ਰਹੇ ਸੀ, ਕੁਝ ਮਿਥ ਜਿਹੜੇ ਮਿਥਕ ਕ੍ਰੀਏਟ ਕੀਤੇ ਜਾਂਦੇ ਹਨ ਜਾਣ ਬੁੱਝ ਕੇ ਜਾਂ ਅਣਜਾਣੇ ਦੇ ਵਿੱਚ, ਕਿ ਇਹ ਉਹਨਾਂ ਦੇ ਵਿੱਚੋਂ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਦੀ ਸ਼ਹਾਦਤ ਦਾ ਇੱਕ ਮਿਥ ਬਹੁਤ ਹੀ, ਕਿਉਂਕਿ ਹਾਕਮ ਸ਼੍ਰੇਣੀ ਨੂੰ, ਹੁਕਮਰਾਨ ਜਿਹੜੇ ਸਨ ਉਹਨਾਂ ਨੂੰ ਇਹ ਸੂਟ ਨਹੀਂ ਸੀ ਕਰਦਾ ਕਿ ਅਰਦਾਸ ਦੀ ਬੇਹੁਰਮਤੀ ਬੇਅਦਬੀ ਦੀ ਖਾਤਰ ਉਹਨਾਂ ਦੀ ਸ਼ਹਾਦਤ ਨੂੰ ਉਜਾਗਰ ਕੀਤਾ ਜਾ ਸਕੇ। ਸੋ ਇਸ ਕਰਕੇ ਇਹ ਫੈਲਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਉਹ ਚੰਡੀਗੜ੍ਹ ਦੀ ਖਾਤਰ ਸ਼ਹੀਦ ਹੋਏ, ਯਾਨੀ ਇੱਕ ਬਹੁਤ ਹੀ ਨਿਗੂਣੀ ਜੀ, ਇੱਕ ਮਾਮੂਲੀ ਜੀ ਚੀਜ਼ ਲਈ ਉਹਨਾਂ ਨੇ ਇਹ ਗੱਲ ਜਿਹੜੀ ਸੀਗੀ। ਇਸ ਲਈ ਸਾਡੇ ਇਸ ਪ੍ਰੋਗਰਾਮ ਦਾ ਮਕਸਦ ਵੀ ਹੈ ਤੱਥਾਂ ਦੇ ਉੱਤੇ ਆਧਾਰਿਤ ਕੋਈ ਵੀ ਚੀਜ਼ ਜਿਹੜੀ ਹੈ ਉਸ ਨੂੰ ਅਸੀਂ ਉਜਾਗਰ ਕਰੀਏ, ਔਰ ਤਾਂ ਕਿ ਇਤਿਹਾਸ ਨੂੰ ਸਹੀ ਪਰਿਪੇਖ ਦੇ ਵਿੱਚ ਅਸੀਂ ਸਮਝ ਸਕੀਏ, ਵਾਚ ਸਕੀਏ, ਮਹਿਸੂਸ ਕਰ ਸਕੀਏ। ਇਸੇ ਤਰੀਕੇ ਦੇ ਜਿਹੜੇ ਹੋਰ ਮਿੱਥ ਕੌਮ ਦੇ ਵਿੱਚ ਕਾਫੀ ਹਨ, ਜਿਨ੍ਹਾਂ 'ਚੋਂ ਇੱਕ ਕਿ 1947 ਦੇ ਵਿੱਚ ਅੰਗਰੇਜ਼ ਖਾਲਿਸਤਾਨ ਦਿੰਦਾ ਸੀ, ਜਿਸ ਨੂੰ ਜੋ ਕਿ ਬਿਲਕੁਲ ਤੱਥਾਂ ਦੇ ਵਿਪਰੀਤ ਹੈ। ਇਸੇ ਤਰੀਕੇ ਦੇ ਨਾਲ ਇੱਕ ਹੋਰ ਮਿਥ ਕ੍ਰੀਏਟ ਕੀਤਾ ਗਿਆ ਹੈ ਜਾਣ ਬੁੱਝ ਕੇ, ਕਿ ਉਹ ਇਹ ਮਿਥ ਦਿੱਤਾ ਗਿਆ ਕਿ ਮਾਸਟਰ ਤਾਰਾ ਸਿੰਘ ਨੇ 1947 ਵਿੱਚ ਪਾਕਿਸਤਾਨ ਦਾ ਝੰਡਾ ਫਾੜਿਆ ਸੀ। ਦਰਅਸਲ ਉੱਥੇ ਝੰਡਾ ਹੈ ਹੀ ਨਹੀਂ ਸੀ। ਤੀਸਰਾ ਮਿਥ ਕਿ ਸੰਤ ਜਰਨੈਲ ਸਿੰਘ ਕਾਂਗਰਸ ਦੇ ਏਜੰਟ ਸੀ। ਸੋ ਇਹ ਵਕਤ ਜੋ ਹੈ, ਇਤਿਹਾਸ ਕਿਸੇ ਨੂੰ ਮਾਫ ਨਹੀਂ ਕਰਦਾ। ਅਸੀਂ ਅਖੀਰਲੀ ਕਾਲ ਲੈ ਕੇ ਆਪ ਤੋਂ ਇਜਾਜ਼ਤ ਲਵਾਂਗੇ। ਹੈਲੋ 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 ਹਾਂਜੀ। ਸੋ ਸਮਾਂ ਇਜਾਜ਼ਤ ਨਹੀਂ ਦਿੰਦਾ। ਆਪ ਦਾ ਬਹੁਤ ਬਹੁਤ ਧੰਨਵਾਦ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਲਈ। ਆਪ ਆਪਣੇ ਵਿਚਾਰ ਸਾਨੂੰ ਈਮੇਲ ਕਰ ਸਕਦੇ ਹੋ info@justpunjabi.com, lamba@justpunjabi.com ਦੇ ਉੱਤੇ। ਔਰ ਇੱਕ ਪ੍ਰੋਗਰਾਮ ਮਤੇ ਗੁਰਮਤੇ ਲੈ ਕੇ ਅਗਲੇ ਮੰਗਲਵਾਰ ਨੂੰ ਮੁੜ ਹਾਜ਼ਰ ਹੋਵਾਂਗੇ ਈਸਟਰਨ ਟਾਈਮ 8:30 ਵਜੇ। ਫਿਰ ਇਸੇ ਇੱਕ ਪ੍ਰੋਗਰਾਮ ਨੂੰ ਹੋਰ ਲੈ ਕੇ ਤੁਸੀਂ ਸਾਨੂੰ ਜ਼ਰੂਰ ਲਿਖਣਾ ਇਹ ਪ੍ਰੋਗਰਾਮ ਤੁਹਾਨੂੰ ਕਿੱਦਾਂ ਦਾ ਲੱਗਾ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।